अस्सलाम वालेकुम। आज हम मौजूद हैं हरबंसपुरा के इलाके में, जहाँ पे कल रात को एक अनहोनी हुई है। दोस्तों, यारी दोस्ती में बाप की मौत हो गई है। सानहा कुछ इस तरह का है कि जहाँ पे पुलिस खामोश तमाशाई बनी रही है। हमारे मुक़्तदर अदारे, जो हमारे कानून नाफिज वाले अदारे हैं, वो खामोश तमाशा देखने में मसरूफ़ थे। कल तक कल से लेकर आज तक 24 घंटे से ज़्यादा का अरसा गुजर चुका है। हकाम में बाला के कानों पे जूं तक नहीं रेंगी। क्या आम इंसान, गरीब लोग, भेड़ बकरियां हैं, यह इंसानों की लिस्ट में नहीं है। वोटर लिस्टों में मौजूद होते हैं जो 10 साल पहले भी मर जाते हैं, लेकिन जो जिंदा होते हैं उन पे कफन ना होने के बावजूद भी कफन होता है। यहाँ जो मकतूल हैं हमारे, उनकी वालदा मौजूद हैं जो बहुत उम्र रसीदा हैं। घर के आप मेरी वीडियो में देख सकेंगे, पुलिस की गाड़ी को भी मैं एक विंडो में दिखाऊंगी। पुलिस की गाड़ी भी वहाँ जहाँ पे जनाजा हुआ वहाँ मौजूद थी, लेकिन इसलिए मौजूद थी कि वो मकतूलीन के वर्षा जो हैं वो जल्द से जल्द लाश को दफना दें, ताकि हमारे सर से बिला टले। यहाँ तक मकतूलीन का कहना है कि जिन्होंने कत्ल किया है उनके बुरसा को एसी वाले कमरे में पुलिस ने बिठाकर उनको चाय पानी पेश किया जा रहा था। हम कब्र के मनाजर भी लेके देख के आए हैं, जनाजा गाह से भी होके आए हैं, यहाँ लोगों के पॉइंट ऑफ व्यू लिए हैं और घर में मौजूद हैं। इस तरह आप घर में देख सकते हैं ये कितने अमीर हैं, कितने वो एलीट क्लास से तलक रखते हैं। इनके हुलियों से, इनके घर से आप सब कुछ देख सकते हैं। अस्सलाम वालेकुम जी। मुझे ये बताइएगा, आपका बेटे कितने बच्चे थे आपके? मेरे बाकी 4 बच्चे थे, 3 मेरे बेटे थे, एक मेरी बेटी थी। अच्छा, ये जो वाकया हुआ है आपका पोते के साथ हुआ है, लेकिन कत्ल आपका बेटा हो गया। मेरा पुत्र कतल हो गया, पोतरे ने सट्टा लग गई है, उन्होंने 2 वजियां नहीं बोली। ਅਸੀਂ ਨਾ ਘਰ ਚ ਆਇਆ ਤੇ ਬਾਹਰੋਂ ਤੇ ਰੋਟੀ ਖਾ ਲਈਏ जी। ਤੇ ਆਸ ਪਾਸੇ ਪੋਤਰਾ ਬੈਠਾ, ਸੱਜੇ ਪਾਸੇ ਤੇ ਖੱਬੇ ਪਾਸੇ ਪੁੱਤਰ ਬੈਠਾ ਤੇ ਰੋਟੀ ਖਾ ਲਈਏ ਤੇ ਆਂਦਾ ਅੰਮਾ ਅੱਜ ਸਾਡੇ ਨਾਲ ਬੈਠ ਕੇ ਰੋਟੀ ਖਾਧੀ ਤੇ ਕਿੰਨਾ ਮਜ਼ਾ ਆਇਆ ਤੇ ਤੂੰ ਹੁਣ ਸਾਡੇ ਨਾਲ ਬੈਠ ਕੇ ਰੋਟੀ ਖਾਇਆ ਕਰ। ਮੈਂ ਨਹੀਂ, ਅੱਛਾ ਵੀਰ, ਅੱਲਾ ਤੰਦਰੁਸਤੀ ਤੇ ਮੈਂ ਠੀਕ ਨਹੀਂ ਹੈਗੀ, ਮੇਰੇ ਕੋਲ ਨਾ ਲੱਤਾਂ ਨੂੰ ਕੁਛ ਹੋ ਗਿਆ, ਮੈਂ ਤੁਰ ਨਹੀਂ ਸਕਦੀ ਤੇ ਮੇਰਾ ਪੁੱਤਰ ਚੁੱਕ ਕੇ ਮੈਨੂੰ ਟੱਟੀ ਕਰਾਉਂਦਾ, ਚੁੱਕ ਕੇ ਪਿਸ਼ਾਬ ਕਰਾਉਂਦਾ। ਮੈਂ ਨਹੀਂ ਵੀਰ, ਮੈਨੂੰ ਨਾ ਅੱਜ ਸਵੇਰੇ ਜੇ ਤੂੰ ਮੈਨੂੰ ਦਵਾਈ ਦਿੱਤੀ ਨਾ, ਮੈਨੂੰ ਸੁਬਾਹ ਦੀ ਆਈ ਪੋਟੀ ਨਹੀਂ ਆਈ। ਆਂਦਾ ਅੰਮਾ ਚੰਗਾ ਨਹੀਂ। ਮੈਂ ਆਖਿਆ ਵੀ ਚੰਗਾ ਹੀ ਹੈ ਤੇ ਮੈਂ ਆਖਿਆ ਮੈਨੂੰ ਨਾ ਹੁਣ ਤੁਸੀਂ ਉਹ ਪੈਂਪਰ ਲਾ ਦਿੱਤਾ ਫਿਰ ਧੀ ਨੂੰ ਆਂਦਾ ਇੱਥੇ ਨੂੰ ਆਂਦਾ ਭੈਣ ਤੂੰ ਅਮਨ ਪੈਂਪਰ ਲਾ ਕੇ ਸਲਵਾਰ ਪਾ ਲਈ। ਕਹਿੰਦੀ ਅੱਛਾ, ਇਹਨੇ ਸਲਵਾਰ ਮੈਨੂੰ ਪਾ ਦਿੱਤੀ। ਅਸੀਂ ਬੈਠੇ ਗੱਲਾਂ ਬਾਤਾਂ ਕਰਨ, ਬਾਹਰ ਮੇਰੀ ਬੇਟੀ ਬੈਠੀ ਤੇ ਇਹਦੀ ਭੈਣ ਹੁਣ 3 ਮਹੀਨੇ ਹੋਏ ਨੇ ਸ਼ਾਦੀ ਤੇ ਉਹ ਆਂਦੀ ਹੈ ਅੱਜ ਅਸੀਂ ਆਸਨ ਪੜਾਉਣੀ ਤੇ ਆਂਦੀ ਹੈ ਤੂੰ ਨਾ ਹਾਂ ਇੱਕ ਦਿਨ ਪਹਿਲਾਂ ਹੀ ਆ ਜਾਈਂ, ਅਸੀਂ ਯਾਸੀਨ ਪੜ੍ਹਾਉਣੀ ਤੇ ਬੁੱਢੀਆਂ ਨਾਖਣਾ ਤੇ ਰੌਣਕ ਲਾਵਾਂਗੇ ਤੇ ਵੇਖਾਂਗੇ। ਉਸੇ ਤਰ੍ਹਾਂ ਵੀ ਉਹ ਵੀ ਆ ਗਈ ਤੇ ਮੇਰੀ ਧੀ ਵੀ ਆ ਗਈ। ਧੀ ਆ ਗਈ, ਮੇਰੀ ਜੋ ਧੀ ਆਈ ਹੈ ਨਾ ਤੇ ਧੀ ਨੂੰ ਪਹਿਲੋਂ ਭਰਾ ਨੇ ਚੌਲ ਖਵਾਏ ਨੇ, ਵਿੱਚ ਬੋਟੀਆਂ ਨੇ ਕੱਢ ਕੇ ਤੇ ਮੇਰੀ ਭੈਣ ਨੇ ਨਹੀਂ ਆ ਗਈ, ਉਹਨੇ ਚੌਲ ਕਰੇ ਉਹ ਦਿੱਤੇ ਤੇ ਭੈਣ ਨੇ ਖਾ ਲਏ ਤੇ ਮੁਰਗਿਆਂ ਦੇ ਆਂਦਾ ਭੈਣ ਅੱਜ ਜਾਣ ਨਹੀਂ ਮੈਂ ਦੇਣਾ। ਆਂਦੀ ਤੂੰ ਆਂਦੀ ਮੈਂ ਮੰਮੀ ਘਰ ਜਾ ਕੇ ਸੌਣਾ, ਮੈਂ ਤੇਰੇ ਅੱਜ ਮੰਮੀ ਘਰ ਨਹੀਂ ਸੌਣਾ। ਅੱਜ ਮੈਂ ਅੰਮੀ ਇਹਦੇ ਵਿੱਚ ਸੌਂਦੀ ਹੈ ਨਾ ਤੇ ਤੂੰ ਭੈਣ ਨੇ ਇੱਕ ਮਿੰਟ ਤੂੰ ਸੌਂ ਤੇ ਇੱਕ ਤੇ ਅੰਮੀ ਸੌਂਦੀ। ਅੱਜ ਮੈਂ ਅਜੇ ਧੀ ਮੇਰੇ ਕੋਲ ਸੌਂਦੇ। ਆਂਦਾ ਅੱਜ ਇਹਨਾਂ ਨੂੰ ਤੇਰੇ ਕੋਲ ਸੌਣ ਦੇਣਾ ਅੰਮਾ, ਅੱਜ ਭੈਣ ਸੌਂਦੀ ਤੇਰੇ ਕੋਲ ਤੇ ਮਾਵਾਂ ਧੀਆਂ ਰਾਤ ਨੂੰ 200 ਖੋਲ੍ਹਣ। ਮੈਂ ਕੀ ਮੈਂ ਗਵਾਨੀ ਅੱਛਾ ਵੀਰ, ਅਸੀਂ ਮੈਂ ਧੀ ਨਾਲ ਬੋਲਾਂ। ਆਂਦਾ ਭੈਣ ਮੈਂ ਵੀ ਤੇਰੇ ਪਿੰਡਾਂ ਵਾਲੇ ਲੰਮਾ ਪੈ ਲੈਣਾ। ਭੈਣ ਆਂਦੀ ਵੀਰ ਪਿੰਡਾਂ ਵਾਲੇ ਤੂੰ ਕਹਿਣਾ ਸੀ ਮੇਰੇ ਨਾਲ ਲੰਮਾ ਪੈ। ਅੱਛਾ ਇੰਨੀ ਗੱਲ ਆਖੀ ਹੈ ਤੇ ਬਾਹਰ ਹੁਣ ਦੌੜ ਪੈ ਗਈ। ਇਹ ਤੇ ਜਿਹੜੀ ਛੋਟੀ ਹੈ ਮੇਰੇ ਕੋਲ ਪੈ ਜਾ, ਮੇਰੇ ਕੋਲ ਧੀ ਆਪ ਨਹੀਂ ਬੈਠਾ ਜਾਂਦੇ, ਮੈਂ ਨਹੀਂ, ਮੇਰੇ ਕੋਲ ਸਿੱਧਾ ਕਰਕੇ ਬਾਬੂ ਮੈਨੂੰ ਹੁਣ ਸਿੱਧੀ ਕੌਣ ਕਰੇ ਤੇ ਇਹ ਨਾ ਜਿਹੜੀ ਛੋਟੀ ਹੈ ਨਾ ਉਹ ਨਾ ਬਾਹਰ ਨਸੀ ਹੁੰਦੀ ਰੋਂਦੀ ਆਂਦੀ ਅੰਮੀ ਨਹੀਂ ਅੰਮੀ ਬੁਲਾ ਨਾਲ ਲੜਾਈ ਹੋ ਗਈ। ਆਂਦੀ ਕਿਹਨਾਂ ਦੀ? ਉਹ ਮੁੰਡੇ ਦਾ ਨਾਂ ਲੈ ਉਹ ਉਸ ਕੁੜੀ ਦਾ ਨਾਂ ਲੈ ਕੇ ਮੁੰਡੇ ਦਾ ਦੱਸ ਸੀਗੇ ਫਲਾਣੇ ਮੁੰਡੇ ਦਾ ਹੈ ਕਾਹਤੇ ਲੜਾਈ ਹੋਈ, ਕਾਹਤੇ ਲੜਾਈ ਹੋਈ ਹੈ, ਲੜਾਈ ਕਾਹਤੇ ਹੋਈ। ਇਹ ਮੇਰੀ ਜਿਹੜੀ ਬੇਟੀ ਹੈ ਨਾ ਇਹਨੂੰ ਮੈਂ ਨਹੀਂ ਬੋਗੇ, ਮੇਰੇ ਕੋਲ ਨਹੀਂ ਨਿਕਲਿਆ ਜਾਂਦਾ ਬਾਹਰ, ਤੂੰ ਗਾਂ ਹੋ ਜੇ ਕੋਈ ਕਹਿੰਦੇ ਨਾ ਤੇ ਨਾਲ ਹੱਥ ਜੋੜ ਕੇ ਨਾ ਤੇ ਮਾਫੀ ਮੰਗ ਕੇ ਨਾ ਤੇ ਮਾਰ ਕੇ ਤੇ ਤੂੰ ਘਰ ਆਪਣੇ ਵੀਰਾਂ ਨੂੰ ਅੰਦਰ ਲੈ। ਪੁੱਤਰ ਵੀ ਅੰਦਰ ਆ ਗਏ, ਪੋਤਰਾ ਵੀ ਅੰਦਰ ਆ ਗਿਆ
ਤੇ ਮੇਰੀ ਧੀ ਜਿਹੜੀ ਨਾ ਬਾਹਰ ਬੂਹੇ 'ਚ ਬੈਠੀ ਹੈ ਤੇ ਮੇਰੇ ਪੁੱਤਰ ਆ ਭੈਣ ਤੂੰ ਕਿਉਂ ਬਾਹਰ ਬੈਠੀ ਹੈ? ਅੰਦਰ ਚੱਲ, ਉੱਠ ਅੰਦਰ ਚੱਲ। ਭੈਣ ਨੂੰ ਚੁੱਕਿਆ, ਚੁੱਕ ਕੇ ਤੇ ਉਹ ਵੀ ਬਿਮਾਰ ਹੈ, ਉਹਨੂੰ ਚੁੱਕ ਕੇ ਤੇ ਅੰਦਰ ਲਿਆਂਦਾ। ਤੇ ਅਸੀਂ ਵੀ ਮੈਨੂੰ ਉਹਨਾਂ ਨੇ ਨਾ ਇੱਟ ਮਾਰ ਦਿੱਤੀ ਤੇ ਮੇਰੀ ਲੱਤ ਨਹੀਂ ਸੀ ਦਿੰਦੀ। ਸਾਰੇ ਉਹ ਹੁਣ ਤੁਸੀਂ ਵੇਖ ਲੈਣਾ ਉਹਦਾ ਹਾਲ, ਉਹਨੂੰ ਮਾਰ ਦਿੱਤੀ ਹੈ ਤੇ ਮੇਰੇ ਕੋਲ ਉਤਰਿਆ ਨੀ ਜਾਂਦਾ। ਮੈਂ ਅੱਛਾ ਮੰਜੀ ਦਾ ਸੀ ਮੈਂ ਅੱਜ ਕਰਕੇ ਨਾ ਮੰਜੀ ਦੇ ਥੱਲੇ ਛਾਲ ਮਾਰ ਡਿੱਗ ਪਈ ਮੈਂ ਮੰਜੀ ਤੇ ਡਿੱਗ ਪਈ ਮੈਂ ਫਿਰ ਇਹਦੀ ਡੇੜ ਕੇ ਮੇਰੇ ਪੁੱਤਰ ਦੇ ਕੋਲ ਚਲੀ ਗਈ। आपका जो बेटा था वो माली का काम करता हाँ था जी। और सरकारी मुलाजम भी था, ऐसे ही है? उस जगह पे जहाँ वो नौकरी करता था कुछ लोग वहाँ से हमें मिले, उन्होंने बताया कि वो बहुत ही शरीफ और नफ्स इंसान बहुत ही था, वाजिब चंगा है। लेकिन जब दुश्मनी भी नहीं थी फिर गोली उनको क्यों लगी? ਗੋਲੀ ਇਹ ਹੋਈ ਲੱਗੀ ਉਹ ਮੁੰਡਾ ਜਿਹੜਾ ਨਾ ਕਿਸੇ ਕੋਈ ਮੁੰਡਾ ਸੀ ਤੇ ਉਹ ਬੋਤਲ ਪੀਣ ਡਿਆ ਸੀ। एक बोतल जो है एक इंसान की जान लेगी, दूसरे को मजूर कर गई, तीसरे को भी टांग से तकरीबन माजूर कर गई। क्या बोतल इतनी कीमती थी? ਬੋਤਲ ਜਿਹੜੀ ਹੈ ਨਾ ਉਹ ਮੁੰਡਾ ਇੱਕ ਪੀਣ ਡਿਆ ਹੈ, ਜਿਸ ਤਰ੍ਹਾਂ ਹੁਣ ਤੁਸੀਂ ਮੇਰੇ ਅੱਗੇ ਕੀਤਾ ਹੈ। ਉਹ ਨਾ ਬੋਤਲ ਮੁੰਡਾ ਛੋੜਨਾ ਨਾਈਆਂ ਦਾ ਤੇ ਉਹ ਬੋਤਲ ਪੀਣ ਡਿਆ ਹੈ ਤੇ ਉਹਦੇ ਕੋਲ ਖੋ ਕੇ ਨਾ ਬੋਤਲ ਤੇ ਉਹ ਪੀਣ ਲੱਗ ਪਿਆ। ਇਹਨੇ ਮੇਰੇ ਬੋਤਲ ਨੇ ਗਵਾ ਦਿੱਤਾ, ਤੂੰ ਉਹਦੇ ਕੋਲ ਖੋ ਕੇ ਪੀਂਦੇ ਤੁਹਾਡੀ ਕਿੱਦਾਂ ਹਮਦਰਦੀ ਨੇ, ਕਿਉਂਕਿ ਇਹਨਾਂ ਲੰਗਰ ਵਰਤਾਉਂਦਾ ਨਹੀਂ ਲੋਕੀ ਇਹਨਾਂ ਕੋਈ ਕਰਨ ਦਾ ਨਹੀਂ ਤੇ ਤੂੰ ਉਹਦੀ ਬੋਤਲ ਜਿਹੜੀ ਹੈ ਨਾ ਉਹਨੂੰ ਦੇ ਦੇ। हकामे वाला से क्या अपील करती हैं? हकामे वाला से क्या अपील करना चाहेंगी? मैं नहीं, मेरे इंसाफ मिलना चाहिए। क्या आप समझती हैं कि पाकिस्तान में रहते हुए आपको इंसाफ मिल पाएगा? नहीं मैं समझ नहीं मिलना, मैं लेना इंसाफ।